ਸਲੋਕ ਦੇਨਹਾਰ ਪ੍ਰਭ ਛੋੜ ਕੇ ਲੱਗ ਹੈ ਆਨ ਸੁਆਏ। ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਦੇਨਹਾਰ ਜਿਹੜਾ ਪਰਮਾਤਮਾ ਸਾਨੂੰ ਦਾਤਾ ਦੇਣ ਵਾਲਾ ਹੈ, ਉਸ ਨੂੰ ਛੋੜ ਤੋਂ ਭਾਵ ਵਿਸਾਰ ਕੇ ਭੁੱਲ ਕੇ ਅਸੀਂ ਹੋਰ ਪਾਸੇ ਉਲਝੇ ਹੋਏ ਹਾਂ ਮਾਇਆ ਦੇ ਵਿੱਚ। ਜੇ ਆਪਾਂ ਦੇਖੀਏ ਤਾਂ ਪਰਮਾਤਮਾ ਨੇ ਸਭ ਕੁਛ ਦਿੱਤਾ ਸਾਨੂੰ, ਖਾਣ ਨੂੰ, ਪੀਣ ਨੂੰ, ਰਹਿਣ ਨੂੰ ਸੋਹਣੇ ਘਰ ਦਿੱਤੇ ਨੇ, ਆਉਣ ਜਾਣ ਨੂੰ ਵਧੀਆ ਗੱਡੀ ਦਿੱਤੀ ਹੈ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਸੋਹਣੇ ਫਲ ਫਰੂਟ, ਬਟ ਅਸੀਂ ਉਸ ਦਾ ਸ਼ੁਕਰ ਨਹੀਂ ਕਰਦੇ, ਹੋਰ ਪਾਸੇ ਉਲਝੇ ਹੋਏ ਹਾਂ। ਨਾਨਕ ਕਹੂੰ ਨਾ ਸਿਝਈ ਬਿਨ ਨਾਵੈ ਪਤ ਜਾਏ। ਗੁਰੂ ਸਾਹਿਬ ਦੱਸਦੇ ਹਨ ਕਿ ਕਿਸੇ ਹੋਰ ਕੰਮ ਕਰਕੇ ਵੀ ਆਪਾਂ ਕਹਿ ਲਈਏ ਵੀ ਮੈਂ ਸਿਮਰਨ ਜਾਂ ਭਗਤੀ ਕਰਨ ਤੋਂ ਬਿਨਾਂ ਕੋਈ ਹੋਰ ਕੰਮ ਕਰਕੇ ਛੇਤੀ ਇਹ ਅਵਸਥਾ ਪ੍ਰਾਪਤ ਕਰ ਲਵਾਂਗਾ, ਪਰ ਨਹੀਂ। ਸਿਝਈ ਤੋਂ ਭਾਵ ਕਾਮਯਾਬ ਹੋਣਾ, ਸਫਲ ਹੋਣਾ। ਬਿਨਾਂ ਨਾਮ ਜਪੇ ਇਹ ਮਨੁੱਖਾਂ ਦੇ ਹੀ ਸਫਲ ਨਹੀਂ ਹੋ ਸਕਦੀ, ਸਗੋਂ ਇੱਜ਼ਤ ਜਿਹੜੀ ਹੈਗੀ ਹੈ ਉਹ ਖਤਮ ਹੋ ਜਾਂਦੀ ਹੈ। ਬਿਨ ਨਾਵੈ ਪਤ ਜਾਏ। ਅਸ਼ਟਪਦੀ। 10 ਵਸਤੂ ਲੈ ਪਾਛੈ ਪਾਵੈ। ਗੁਰੂ ਸਾਹਿਬ ਦੱਸਦੇ ਹਨ ਵੀ ਮਨੁੱਖ ਦੀ ਬਿਰਤੀ ਕਿਹੋ ਜਿਹੀ ਹੈ। 10 ਚੀਜ਼ਾਂ ਲੈ ਕੇ ਉਹ ਸਾਂਭ ਲੈਂਦਾ। ਪਾਛੈ ਪਾਵੇ ਤੋਂ ਭਾਵ ਸਾਂਭ ਲੈਂਦਾ। 10 ਤੋਂ ਭਾਵ ਕਈ ਚੀਜ਼ਾਂ, ਜਾਂ 10 ਜਾਂ ਕਈ ਚੀਜ਼ਾਂ ਆਪਾਂ ਲੈ ਕੇ ਰੱਖ ਲੈਂਦੇ ਹਾਂ, ਉਹਨਾਂ ਵੱਲ ਧਿਆਨ ਨਹੀਂ ਦਿੰਦੇ। ਏਕ ਬਸਤ ਕਾਰਨ ਬਿਖੋਟ ਗਵਾਵੈ। ਜਿਹੜੀ ਇੱਕ ਅੱਧੀ ਸਾਨੂੰ ਨਹੀਂ ਮਿਲੀ, ਉਹਦੇ ਕਰਕੇ ਬਿਖੋਟ ਤੋਂ ਭਾਵ ਭਰੋਸਾ, ਇਤਬਾਰ, ਉਹ ਗਵਾ ਲੈਂਦਾ। ਗੁਰਮੁਖ ਦੀ ਜਗ੍ਹਾ ਮਨਮੁਖ ਬਣ ਜਾਂਦਾ ਜੇ ਇੱਕ ਅੱਧੀ ਚੀਜ਼ ਆਪਾਂ ਨੂੰ ਨਹੀਂ ਮਿਲੀ। ਜੇ ਆਪਾਂ ਧਿਆਨ ਕਰੀਏ, ਉਸ ਵਾਹਿਗੁਰੂ ਜੀ ਨੇ ਸਾਨੂੰ ਜਨਮ ਦਿੱਤਾ, ਇਸ ਧਰਤੀ 'ਤੇ ਭੇਜਿਆ, ਸਵਾਸਾ ਰੂਪੀ ਪੂੰਜੀ ਦਿੱਤੀ, ਸੋਹਣੀ ਦਸਤਾਰ ਦਿੱਤੀ, ਮਾਣ ਇੱਜ਼ਤ ਦਿੱਤਾ, ਸਭ ਕੁਛ ਦਿੱਤਾ। ਉਹ ਅਸੀਂ ਭੁੱਲ ਗਏ ਅਤੇ ਅੱਜ ਅਸੀਂ ਕਹਿੰਦੇ ਹਾਂ ਵੀ ਪਰਮਾਤਮਾ ਨੇ ਸਾਨੂੰ ਦਿੱਤਾ ਕੀ ਹੈ। ਇਹ ਨਿੱਕੀ ਜਿਹੀ ਗੱਲ ਪਿੱਛੇ ਟੁੱਟ ਜਾਂਦਾ। ਗੁਰੂ ਕੋਲੋਂ, ਪਰਮਾਤਮਾ ਕੋਲੋਂ, ਗੁਰੂ ਦੀ ਸੇਵਾ ਕੋਲੋਂ, ਗੁਰੂ ਦੀ ਸੰਗਤ ਕੋਲੋਂ। ਫਿਰ ਗੁਰੂ ਸਾਹਿਬ ਕਹਿੰਦੇ ਨੇ ਜੇ ਤੂੰ ਇੱਦਾਂ ਕਰੇਂਗਾ ਫਿਰ ਤੂੰ ਆਪਣਾ ਨੁਕਸਾਨ ਕਰਾ ਲਏਂਗਾ। ਅੱਗੇ ਦੱਸਦੇ ਹਨ, ਏਕ ਭੀ ਨਾ ਦੇ 10 ਭੀ ਹਿਰ ਲਏ। ਜਿਹਨੇ ਇੰਨਾ ਕੁਛ ਦਿੱਤਾ, ਜੇ ਤੈਨੂੰ ਇੱਕ ਚੀਜ਼ ਵੀ ਨਾ ਦੇਵੇ ਅਤੇ ਜਿਹੜੀਆਂ ਪਹਿਲਾਂ 10 ਦਿੱਤੀਆਂ ਨੇ ਉਹ ਵੀ ਜੇ ਤੇਰੇ ਤੋਂ ਖੋਹ ਲਵੇ ਤਾਂ ਦੱਸੋ ਕੀ ਬਣੇਗਾ। ਤਾਂ ਉਹ ਮੂੜਾ ਕਹੋ ਕਹਾ ਕਰੇ। ਤਾਂ ਫਿਰ ਇਹ ਮੂਰਖ ਮਨੁੱਖ ਕੀ ਕਰ ਲੇਗਾ? ਕੁਛ ਨਹੀਂ ਕਰ ਸਕਦਾ। ਕਰਨਾ ਕੀ ਚਾਹੀਦਾ ਹੈ? ਜਿਸ ਠਾਕੁਰ ਸਿਉ ਨਾ ਹੀ ਚਾਰਾ। ਜਿਸ ਮਾਲਕ ਦੇ ਅੱਗੇ ਤੇਰੀ ਕੋਈ ਪੇਸ਼ ਨਹੀਂ ਚੱਲਦੀ। ਵੈਸੇ ਤਾਂ ਆਪਾਂ ਨੂੰ ਪੇਸ਼ ਤੋਂ ਭਾਵ ਆਪਣਾ ਹੁਕਮ ਚਲਾਉਣਾ ਵੀ ਨਹੀਂ ਚਾਹੀਦਾ, ਉਹਦੇ ਅੱਗੇ ਸਦਾ ਉਹਦਾ ਸ਼ੁਕਰ ਹੀ ਕਰਨਾ ਚਾਹੀਦਾ। ਤਾਂ ਕਹੋ ਕੀਜੈ ਸਦ ਨਮਸਕਾਰਾ। ਹਮੇਸ਼ਾ ਇਹੀ ਕਹਿਣਾ ਚਾਹੀਦਾ ਹੈ ਵੀ ਵਾਹਿਗੁਰੂ ਤੇਰਾ ਸ਼ੁਕਰ ਹੈ। ਆਪਾਂ ਨਿੱਕੀ ਜਿਹੀ ਗੱਲ ਪਿੱਛੇ ਲੋਕਾਂ ਨੂੰ ਸਵੇਰ ਤੋਂ ਸ਼ਾਮ ਤੱਕ ਥੈਂਕ ਯੂ ਕਰਦੇ ਥੱਕਦੇ ਨਹੀਂ। ਪਰ ਜਿਸ ਪਰਮਾਤਮਾ ਨੇ ਇੰਨਾ ਕੁਛ ਦਿੱਤਾ, ਉਹਦੇ ਲਈ ਆਪਾਂ ਨਿਤਨੇਮ ਨਹੀਂ ਕਰ ਸਕਦੇ। ਉਹਦੇ ਲਈ ਆਪਾਂ ਗੁਰੂ ਘਰ ਇੱਕ ਦਿਨ ਇੱਕ ਟਾਈਮ ਦਰਸ਼ਨ ਲਈ ਨਹੀਂ ਜਾ ਸਕਦੇ। ਸੋ ਉਸ ਪਰਮਾਤਮਾ ਨੂੰ ਹਮੇਸ਼ਾ ਨਮਸਕਾਰ ਤੋਂ ਭਾਵ ਸਿਮਰਨ ਅਤੇ ਭਜਨ ਕਰਨਾ ਚਾਹੀਦਾ ਹੈ। ਜਾਂ ਕੈ ਮਨ ਲਾਗਾ ਪ੍ਰਭ ਮੀਠਾ। ਗੱਲ ਹੈਗੀ ਹੈ ਪਿਆਰ ਵਾਲੀ। ਮਿੱਠਾ
ਜੇ ਤੁਹਾਡੇ ਮਨ ਦੇ ਵਿੱਚ ਪਰਮਾਤਮਾ ਮਿੱਠਾ ਲੱਗਣ ਲੱਗ ਜਾਵੇ ਤਾਂ ਤੁਹਾਨੂੰ ਸਭ ਕੁਝ ਠੀਕ ਲੱਗੇਗਾ, ਵੀ ਭਾਵੇਂ ਤੁਹਾਡੇ ਕੋਲ ਕੋਈ ਚੀਜ਼ ਹੈਗੀ ਹੈ ਭਾਵੇਂ ਨਹੀਂ ਹੈਗੀ। ਕਿਉਂਕਿ ਜਿੱਥੇ ਪਿਆਰ ਹੁੰਦਾ ਨਾ ਉੱਥੇ ਫਿਰ ਆਪਾਂ ਨੈਗੇਟਿਵਿਟੀ ਛੱਡ ਦਿੰਦੇ ਹਾਂ। ਦੁਨੀਆ ਦੇ ਵਿੱਚ ਵੀ ਸਾਨੂੰ ਜਿਹੜਾ ਬੰਦਾ ਪਿਆਰਾ ਲੱਗਦਾ ਉਹਦੀਆਂ ਜਿਹੜੀਆਂ ਗੰਦੀਆਂ ਆਦਤਾਂ ਨੇ ਅਸੀਂ ਉਹਨੂੰ ਨਹੀਂ ਵਿਚਾਰਦੇ, ਉਹਨੂੰ ਨਹੀਂ ਦੇਖਦੇ, ਭਾਵੇਂ ਉਹ ਗਲਤ ਕਰ ਰਿਹਾ ਭਾਵੇਂ ਠੀਕ। ਇਸ ਕਰਕੇ ਸਾਨੂੰ ਪਰਮਾਤਮਾ ਪ੍ਰਤੀ ਵੀ ਇਹੋ ਜਿਹਾ ਪਿਆਰ ਬਣਾਉਣਾ ਪੈਣਾ ਆਪਣੇ ਮਨ ਦੇ ਵਿੱਚ। ਜਾਂ ਕੈ ਮਨ ਲਾਗਾ ਪ੍ਰਭ ਮਿੱਠਾ, ਵੀ ਉਹਦਾ ਭਾਣਾ ਮਿੱਠਾ ਲੱਗਣ ਲੱਗ ਜਾਵੇ। ਫਿਰ ਕੀ ਹੋਏਗਾ ਜੀ? ਸਰਬ ਸੁਖ ਤਾਹੂ ਮਨ ਵੂਠਾ। ਸਾਰੇ ਹੀ ਸੁੱਖ, ਭਾਵੇਂ ਉਹ ਦੁਨਿਆਵੀ ਨੇ ਭਾਵੇਂ ਉਹ ਆਤਮਿਕ ਨੇ, ਤੁਹਾਡੇ ਹਿਰਦੇ ਦੇ ਵਿੱਚ ਆ ਵਸਣਗੇ, ਆਪੇ ਹੀ ਆ ਵਸਦੇ ਹਨ। ਵੂਠਾ ਤੋਂ ਭਾਵ ਆ ਜਾਣਾ। ਜਿਸ ਜਨ ਆਪਣਾ ਹੁਕਮ ਮਨਾਇਆ, ਜਿਸ ਮਨੁੱਖ ਦੇ ਉੱਪਰ ਪਰਮਾਤਮਾ ਆਪ ਕਿਰਪਾ ਕਰਕੇ ਆਪਣਾ ਹੁਕਮ ਮਨਾ ਲੈਂਦਾ ਹੈ। ਹੁਕਮ ਤੋਂ ਭਾਵ ਸੁੱਖ ਔਰ ਦੁੱਖ ਨੂੰ ਇੱਕੋ ਜਿਹਾ ਦੇਖਣਾ, ਵੀ ਜੋ ਵੀ ਹੈ ਭਲਾ ਹੀ ਹੈ। ਜੋ ਗੁਰੂ ਸਾਹਿਬ ਦੱਸਦੇ ਹਨ, ਜੋ ਗੁਰਬਾਣੀ ਦੱਸਦੀ ਹੈ ਉਹ ਠੀਕ ਹੈ। ਜੋ ਹੋ ਰਿਹਾ ਉਹ ਵੀ ਠੀਕ ਹੈ, ਜੋ ਹੋ ਕੇ ਹਟਿਆ ਪਹਿਲਾਂ ਉਹ ਵੀ ਠੀਕ ਸੀ, ਅਤੇ ਜੋ ਅੱਗੇ ਹੋਣਾ ਉਹ ਵੀ ਠੀਕ ਹੈ। ਫਿਰ ਕੀ ਬਣੇਗਾ ਜੀ? ਸਰਬ ਥੋਕ ਨਾਨਕ ਤਿਨ ਪਾਇਆ। ਥੋਕ ਤੋਂ ਭਾਵ ਪਦਾਰਥ, ਸਾਰੇ ਹੀ ਪਦਾਰਥ ਉਸ ਮਨੁੱਖ ਨੂੰ ਮਿਲ ਜਾਣਗੇ ਜਿਹੜਾ ਉਹਦਾ ਹੁਕਮ ਮਿੱਠਾ ਕਰਕੇ ਮੰਨਣ ਲੱਗ ਜਾਵੇਗਾ। ਆ ਗਨਤ ਸ਼ਾਹ ਆਪਣੀ ਦੇ ਰਾਸ, ਐੜਾ ਸਪੇਸ ਗਨਤ, ਜਿਹੜਾ ਗਿਣਿਆ ਨਹੀਂ ਜਾ ਸਕਦਾ। ਉਸ ਪਰਮਾਤਮਾ ਨੇ ਸਾਨੂੰ ਰਾਸ ਤੋਂ ਭਾਵ ਪੂੰਜੀ ਕਹਿ ਲਓ, ਪਦਾਰਥ ਕਹਿ ਲਓ, ਅਣਗਿਣਤ ਪਦਾਰਥ ਦਿੱਤੇ ਹਨ। ਸ਼ਾਹ ਕਿਨੇ? ਪਰਮਾਤਮਾ ਨੇ। ਖਾਤ ਪੀਤ ਵਰਤ ਆਨੰਦ ਉਲਾਸ, ਮਨੁੱਖ ਉਸ ਪਦਾਰਥਾਂ ਨੂੰ ਖਾਉਂਦਾ ਹੈ, ਪੀਂਦਾ ਹੈ, ਵਰਤਦਾ ਹੈ, ਬੜੇ ਆਨੰਦ ਦੇ ਵਿੱਚ, ਖੁਸ਼ੀਆਂ ਦੇ ਵਿੱਚ ਇਹ ਚੀਜ਼ਾਂ ਵਰਤ ਕੇ ਆਨੰਦ ਦੇ ਵਿੱਚ ਰਹਿੰਦਾ ਹੈ। ਆਪਣੀ ਅਮਾਨ ਕੱਛ ਬਾਹਰ ਸ਼ਾਹ ਲੇ। ਜੇ ਕਿਤੇ ਪਰਮਾਤਮਾ ਮਾੜੀ ਜੀ ਕੋਈ ਚੀਜ਼ ਸਾਡੇ ਤੋਂ ਖੋਹ ਲੈਂਦਾ ਹੈ, ਆਪਣੀ ਅਮਾਨ ਤੋਂ ਭਾਵ ਅਮਾਨਤ, ਜੇ ਕਿਤੇ ਪਰਮਾਤਮਾ ਮਨੁੱਖ ਤੋਂ, ਕਿਸੇ ਜੀਵ ਤੋਂ ਖੋਹ ਲੈਂਦਾ ਹੈ, ਫਿਰ ਅਗਿਆਨੀ ਮਨ ਰੋਸ ਕਰੇ। ਜਿਹੜਾ ਮਨ ਮਾਇਆ ਦੇ ਵਿੱਚ, ਅਗਿਆਨਤਾ ਦੇ ਵਿੱਚ ਰਹਿ ਕੇ, ਹਨੇਰੇ ਦੇ ਵਿੱਚ, ਮਨ ਦੇ ਵਿੱਚ ਰੋਸ ਤੋਂ ਭਾਵ ਗੁੱਸਾ ਕਰਦਾ ਹੈ, ਆਪਣੀ ਪ੍ਰਤੀਤ ਆਪ ਹੀ ਖੋਵੈ, ਫਿਰ ਆਪਣਾ ਭਰੋਸਾ ਗਵਾ ਲੈਂਦਾ ਹੈ। ਗੁਰੂ ਦੇ ਉੱਪਰੋਂ ਜਿਹੜਾ ਭਰੋਸਾ ਬਣਾਇਆ ਸੀਗਾ ਉਹ ਸਭ ਗਵਾ ਲੈਂਦਾ ਹੈ। ਬਾਹਰ ਉਸਕਾ ਵਿਸ਼ਵਾਸ ਨਾ ਹੋਵੇ, ਫਿਰ ਗੁਰੂ ਸਾਹਿਬ ਕਹਿੰਦੇ ਨੇ ਹੁਣ ਤੇਰਾ ਭਰੋਸਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿਹੜੇ ਦੁਨੀਆ ਦੀ ਚੀਜ਼ਾਂ ਹਨ ਜਾਂ ਤੇਰਾ ਆਪਣਾ ਸਰੀਰ ਹੈ ਉਹ ਸਭ ਪਰਮਾਤਮਾ ਦੀ ਦਿੱਤੇ ਹੋਏ ਹਨ। ਜੇ ਕਿਤੇ ਮਾੜੀ ਮੋਟੀ ਉਹਨੇ ਕੋਈ ਚੀਜ਼ ਲੈ ਲਈ ਜਾਂ ਤੇਰਾ ਨੁਕਸਾਨ ਹੋਇਆ, ਉਹ ਵੀ ਉਹਦੇ ਭਾਣੇ ਦੇ ਵਿੱਚ ਹੀ ਹੈ। ਪਰ ਤੂੰ ਜੇ ਮਨ ਦੇ ਵਿੱਚ ਰੋਸ ਕਰਦਾ, ਗੁੱਸਾ ਕਰਦਾ, ਗਿਲਾ ਕਰਦਾ ਪਰਮਾਤਮਾ ਪ੍ਰਤੀ, ਫਿਰ ਤੂੰ ਆਪਣਾ ਭਰੋਸਾ ਗਵਾ ਲੈਂਦਾ ਹੈ। ਕਰਨਾ ਕੀ ਚਾਹੀਦਾ ਹੈ? ਜਿਸ ਕੀ ਬਸਤ ਤਿਸ ਆਗਿਆ ਰੱਖੈ। ਜਿਸ ਨੇ ਤੈਨੂੰ ਇਹ ਸਾਰੀਆਂ ਚੀਜ਼ਾਂ ਦਿੱਤੀਆਂ ਹਨ, ਵਸਤੂ ਭਾਵ ਵਸਤੂ ਜਾਂ ਸਮਾਨ, ਉਹਦੇ ਅੱਗੇ ਲਿਜਾ ਕੇ ਰੱਖ ਦੇ। ਭਾਵ ਕਿ ਅਗਰ ਕੋਈ ਨੁਕਸਾਨ ਹੁੰਦਾ ਹੈ, ਕੋਈ ਵਿਛੜਦਾ ਹੈ ਸਾਡੇ ਕੋਲੋਂ, ਤਾਂ ਅਸੀਂ ਹਮੇਸ਼ਾ ਉਹਦਾ ਭਾਣਾ ਹੀ ਮੰਨਣਾ ਹੈ। ਪ੍ਰਭ ਕੀ ਆਗਿਆ ਮਾਨੈ ਮਾਥੈ। ਮਾਥੈ ਮਾਨੈ ਤੋਂ ਭਾਵ
ਕਬੂਲ ਕਰ ਲੈਣਾ। ਜਿਹੜਾ ਉਹਦਾ ਹੁਕਮ ਹੈ, ਉਹਦੀ ਆਗਿਆ ਹੈ। ਹੁਣ ਜਿਵੇਂ ਸਾਨੂੰ ਆਗਿਆ ਹੈ ਅੰਮ੍ਰਿਤ ਛਕਣਾ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ, ਨਿਤਨੇਮ ਕਰਨਾ, ਦਸਵੰਧ ਕੱਢਣੀ, ਹਰੇਕ ਦਾ ਭਲਾ ਸੋਚਣਾ ਅਤੇ ਕਰਨਾ ਜਿੱਥੇ ਤੱਕ ਹੋ ਸਕੇ, ਅਤੇ ਗੁਰੂ ਨਾਲ ਜੁੜੇ ਰਹਿਣ ਦਾ ਯਤਨ ਜਾਰੀ ਰੱਖਣਾ, ਸੰਗਤ ਕਰਨੀ। ਇਹ ਆਗਿਆ ਸਾਨੂੰ ਗੁਰੂ ਸਾਹਿਬ ਨੇ ਬਖਸ਼ੀਆਂ ਹਨ, ਇਹ ਕਰਨੀਆਂ ਹਨ। ਫਿਰ ਕੀ ਹੋਏਗਾ ਜੀ? ਉਸ 'ਤੇ ਚੌਗਣ ਕਰੈ ਨਿਹਾਲ। ਫਿਰ ਤੈਨੂੰ ਪਰਮਾਤਮਾ 4 ਗੁਣਾ ਨਿਹਾਲ ਕਰ ਦੇਗਾ। ਨਾਨਕ ਸਾਹਿਬ ਸਦਾ ਦਇਆਲ। ਅਤੇ ਅੱਗੇ ਲਈ ਵੀ ਉਹ ਦਿਆਲੂ ਕਿਰਪਾਲੂ ਪਰਮਾਤਮਾ ਜੀ ਤੇਰੇ 'ਤੇ ਦਇਆ ਬਣਾਈ ਰੱਖਣਗੇ। ਅਨੇਕ ਭਾਂਤ ਮਾਇਆ ਕੇ ਹੇਤ। ਗੁਰੂ ਸਾਹਿਬ ਕਹਿੰਦੇ ਹਨ ਅਨੇਕ ਕਿਸਮਾਂ ਦੇ ਮਾਇਆ ਦੇ ਹੇਤ ਤੋਂ ਭਾਵ ਪਿਆਰ। ਮਨੁੱਖ ਜਿਹੜਾ ਹੈ ਮਨ ਨੂੰ ਮੋਹ ਲੈਣ ਵਾਲੀ ਮਾਇਆ ਨਾਲ ਪਿਆਰ ਬਣਾਈ ਬੈਠਾ, ਜੋ ਅਨੇਕਾਂ ਪ੍ਰਕਾਰ ਦੀ ਹੈ, ਜੋ ਇਸ ਦੇ ਮਨ ਨੂੰ ਮੋਹ ਲੈਂਦੀ ਹੈ। ਸਰ ਪਰ ਹੋਵਤ ਜਾਨ ਅਨੇਤ। ਅਨੇਤ ਤੋਂ ਭਾਵ ਨਾ ਨਿਤ ਰਹਿਣ ਵਾਲੀ। ਐੜਾ ਫਿਰ ਸਪੇਸ। ਨੇਤ ਮਤਲਬ ਨਿਤ, ਅਨੇਤ ਮਤਲਬ ਨਾ ਰਹਿਣ ਵਾਲੀ, ਨਾਸਵੰਤ। ਇਹ ਜ਼ਰੂਰ ਨਾਸ ਹੋ ਜਾਵੇਗੀ। ਸਰਪਰ ਕਹਿੰਦੇ ਹਨ ਜ਼ਰੂਰ ਜਾਂ ਅੰਤ ਨੂੰ। ਇਹ ਜਿਹੜੀ ਮਾਇਆ ਦੇ ਅਸੀਂ ਚੋਜ ਤਮਾਸ਼ੇ ਦੇਖਦੇ ਹਾਂ, ਇਹ ਨਾਸ ਹੋ ਜਾਣਗੇ। ਬਿਰਖ ਕੀ ਛਾਇਆ ਸਿਉਂ ਰੰਗ ਲਾਵੈ। ਜੇ ਕੋਈ ਮਨੁੱਖ ਦਰਖਤ ਦੀ ਛਾਂ ਦੇ ਨਾਲ ਪਿਆਰ ਪਾ ਲਵੇ ਜਾਂ ਉੱਥੇ ਇੱਕ ਸਾਈਡ ਬੈਠਾ ਰਵੇ, ਪਰ ਜਿਹੜੀ ਛਾਂ ਹੈ ਉਹ ਸਦਾ ਇੱਕੋ ਟਾਈਮ ਇੱਕ ਸਾਈਡ ਨਹੀਂ ਰਹਿੰਦੀ, ਉਹ ਚੇਂਜ ਹੁੰਦੀ ਰਹਿੰਦੀ ਹੈ। ਛਾਂ ਖਤਮ ਹੋ ਜਾਂਦੀ ਹੈ। ਉਹ ਬਿਨਸੈ ਉਹ ਮਨ ਪਛਤਾਵੈ। ਉਹ ਬਿਨਸੈ ਜਿਹੜੀ ਛਾਂ ਹੈ ਉਹ ਤਾਂ ਚਲੀ ਜਾਂਦੀ ਹੈ। ਉਹ ਮਨ ਪਛਤਾਵੈ। ਅਤੇ ਜਿਹੜਾ ਉਹਦੇ ਥੱਲੇ ਬੈਠਣ ਵਾਲਾ ਇਨਸਾਨ ਹੈ, ਮਨੁੱਖ ਹੈ, ਉਹ ਮਨ ਦੇ ਵਿੱਚ ਦੁਖੀ ਹੁੰਦਾ ਵੀ ਮੈਨੂੰ ਹੁਣ ਛਾਂ ਮਿਲੀ ਸੀ, ਹੁਣ ਫਿਰ ਧੁੱਪ ਆ ਗਈ। ਅਤੇ ਇਸੇ ਪ੍ਰਕਾਰ ਮਾਇਆ ਦਾ ਪਿਆਰ ਹੈ। ਅੱਜ ਕੋਈ ਚੀਜ਼ ਸਾਡੇ ਕੋਲ ਹੈਗੀ ਹੈ, ਕੱਲ੍ਹ ਨੂੰ ਨਹੀਂ ਹੈਗੀ, ਫਿਰ ਅਸੀਂ ਦੁਖੀ ਹੁੰਦੇ ਹਾਂ, ਕਿਉਂਕਿ ਅਸੀਂ ਉਹਦੇ ਨਾਲ ਪਿਆਰ ਪਾਇਆ ਹੋਇਆ ਹੈ, ਭਾਵੇਂ ਉਹ ਮਨੁੱਖ ਹੈ, ਭਾਵੇਂ ਉਸ ਸੰਸਾਰ ਦੀ ਕੋਈ ਵਸਤੂ ਹੈ। ਕਿਉਂਕਿ ਗੁਰੂ ਸਾਹਿਬ ਕਹਿੰਦੇ ਹਨ ਜੋ ਦੀਸੈ ਸੋ ਚਾਲਣਹਾਰ। ਜੋ ਕੁਛ ਵੀ ਦ੍ਰਿਸ਼ਟਮਾਨ ਹੈ ਉਹਨੇ ਇੱਕ ਦਿਨ ਚਲੇ ਜਾਣਾ ਹੈ, ਉਹ ਨਾਸ਼ਵੰਤ ਹੈ। ਅਤੇ ਅਸੀਂ ਉਹਦਾ ਪਿਆਰ ਛੱਡ ਕੇ ਪਰਮਾਤਮਾ ਨਾਲ ਆਪਣਾ ਪਿਆਰ ਬਣਾਈਏ ਤਾਂ ਅਸੀਂ ਆਨੰਦ ਦੇ ਵਿੱਚ ਰਹਿ ਸਕਦੇ ਹਾਂ। ਲਪਟ ਰਹਿਓ ਤਹਿ ਅੰਧਾਰ। ਲਪਟ ਤੋਂ ਭਾਵ ਜੁੜੇ ਰਹਿਣਾ, ਜੱਫਾ ਪਾ ਕੇ ਬੈਠਣਾ। ਅਸੀਂ ਮਾਇਆ ਨੂੰ ਜੱਫੀ ਪਾ ਕੇ ਬੈਠੇ ਹੋਏ ਹਾਂ, ਅੰਨੇ ਹਾਂ, ਸਾਨੂੰ ਕੁਛ ਨਹੀਂ ਦਿਖਦਾ। ਬਟਾਊ ਸਿਉਂ ਜੋ ਲਾਵੈ ਨੇਹ। ਬਟਾਊ ਕਿਹਨੂੰ ਕਹਿੰਦੇ ਹਨ? ਮੁਸਾਫਿਰ ਨੂੰ, ਰਾਹੀ। ਜੇ ਅਸੀਂ ਉਹਦੇ ਨਾਲ ਪਿਆਰ ਪਾ ਲਈਏ, ਹੁਣ ਇਸ ਸੰਸਾਰ ਦੇ ਵਿੱਚ ਸਾਰੇ ਹੀ ਰਾਹੀ ਹਨ, ਮੁਸਾਫਿਰ ਹਨ, ਭਾਵੇਂ ਉਹ ਸਾਡੇ ਮਾਂ ਪਿਓ ਹਨ, ਭਾਵੇਂ ਬੱਚੇ ਹਨ, ਭਾਵੇਂ ਰਿਸ਼ਤੇਦਾਰ ਹਨ, ਪਰ ਅਸੀਂ ਉਹਨਾਂ ਨਾਲ ਪਿਆਰ ਪਾਇਆ ਹੋਇਆ ਹੈ। ਤਾਂ ਕਉ ਹਾਥ ਨਾ ਆਵੈ ਕੇਹ। ਅੰਤ ਨੂੰ ਸਾਡੇ ਨਾਲ ਤਾਂ ਕਿਸੇ ਨੇ ਨਹੀਂ ਰਹਿਣਾ, ਸਭ ਨੇ ਚਲੇ ਜਾਣਾ। ਅਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ? ਮਨ ਹਰਿ ਕੇ ਨਾਮ ਕੀ ਪ੍ਰੀਤ ਸੁਖਦਾਈ। ਇੱਕੋ ਇੱਕ ਚੀਜ਼ ਬਹੁਤ ਸਾਡੇ ਮਨ ਲਈ ਸੁਖੀ ਹੈ, ਉਹ ਹੈ ਸੁੱਖ ਦੇਣ ਵਾਲੀ ਪਰਮਾਤਮਾ ਦਾ ਨਾਮ। ਜੇ ਕਿਤੇ ਅਸੀਂ ਉਸ ਨਾਲ ਪਿਆਰ ਪਾ ਲਈਏ ਤਾਂ ਸਾਡਾ ਮਨੁੱਖਾ ਜਨਮ ਸਫਲ ਹੋ ਜਾਵੇਗਾ। ਕਰ ਕਿਰਪਾ ਨਾਨਕ ਆਪ ਲੈ ਲਾਈ।
ਗੁਰੂ ਸਾਹਿਬ ਕਹਿੰਦੇ ਹਨ ਇਹ ਜਿਹੜੀ ਪ੍ਰੀਤ ਹੈ, ਜਿਹੜੀ ਸੁੱਖ ਦੇਣ ਵਾਲੀ ਪ੍ਰੀਤ ਹੈ, ਇਹ ਜੇ ਕਿਤੇ ਪਰਮਾਤਮਾ ਆਪ ਕਿਰਪਾ ਕਰੇ ਤਾਂ ਇਹ ਪ੍ਰੀਤ ਮਨੁੱਖ ਨੂੰ ਮਿਲਦੀ ਹੈ, ਉਹਦੇ ਮਨ ਦੇ ਵਿੱਚ ਇਹ ਪ੍ਰੀਤ ਲੱਗਦੀ ਹੈ। ਸੋ ਗੁਰੂ ਪਾਸੋਂ ਹਮੇਸ਼ਾ ਇਹੀ ਮੰਗਿਆ ਕਰੀਏ ਕਿ ਕਿਰਪਾ ਕਰੋ ਆਪਣੇ ਚਰਨ ਕਮਲਾਂ ਨਾਲ ਸਾਡਾ ਮਨ ਜੋੜ ਲਵੋ, ਸਾਡਾ ਵੀ ਮਨ ਕਰਿਆ ਕਰੇ, ਉੱਦਮ ਕਰੀਏ, ਅੰਮ੍ਰਿਤ ਵੇਲਾ ਸਾਂਭੀਏ, ਗੁਰੂ ਦੀ ਸੰਗਤ ਕਰੀਏ, ਸਿਮਰਨ ਕਰੀਏ। ਮਿਥਿਆ ਤਨ ਧਨ ਕੁਟੰਬ ਸੁਭਾਇਆ। ਮਿਥਿਆ ਤੋਂ ਭਾਵ ਝੂਠ, ਸਦਾ ਨਾ ਰਹਿਣ ਵਾਲਾ, ਉਹਨੂੰ ਕਹਿੰਦੇ ਨੇ ਮਿਥਿਆ। ਗੁਰੂ ਸਾਹਿਬ ਕਹਿੰਦੇ ਨੇ ਇਹ ਸਰੀਰ, ਇਹ ਧਨ, ਇਹ ਪਰਿਵਾਰ, ਇਹ ਸਭ ਕੁਛ ਝੂਠ ਹੈ, ਇੱਕ ਦਿਨ ਖਤਮ ਹੋ ਜਾਏਗਾ, ਨਾਸ਼ਵੰਤ ਹੈ। ਮਿਥਿਆ ਹਉਮੈ ਮਮਤਾ ਮਾਇਆ। ਜਿਹੜੀ ਹਉਮੈ ਕਰਨੀ ਹੈ ਇਹ ਵੀ ਝੂਠੀ ਹੈ, ਅਤੇ ਮਾਇਆ ਨਾਲ ਜਿਹੜਾ ਪਿਆਰ ਪਾਇਆ ਹੈ ਇਹ ਸਭ ਝੂਠ ਹੈ, ਨਾਸ਼ਵੰਤ ਹੈ। ਮਿਥਿਆ ਰਾਜ ਜੋਬਨ ਧਨ ਮਾਲ। ਰਾਜ ਇਹ ਵੀ ਝੂਠਾ ਹੈ, ਇਹ ਵੀ ਨਾਸ਼ਵੰਤ ਹੈ। ਜਵਾਨੀ, ਜੋਬਨ ਕਹਿੰਦੇ ਹਨ ਜਵਾਨੀ ਨੂੰ, ਅਤੇ ਧਨ ਮਾਲ ਭਾਵ ਦੌਲਤ ਜਾਂ ਧਨ ਜੋ ਇਨਸਾਨ ਕੋਲ ਹੈ ਸਭ ਨਾਸ਼ਵੰਤ ਹੈ। ਮਿਥਿਆ ਕਾਮ ਕ੍ਰੋਧ ਵਿਕਰਾਲ। ਕਾਮ ਦੀ ਲਹਿਰ ਅਤੇ ਭਿਆਨਕ ਰੂਪ ਕ੍ਰੋਧ, ਇਹ ਸਭ ਝੂਠੇ ਹਨ। ਮਿਥਿਆ ਰਥ ਹਸਤੀ ਅਸਵ ਬਸਤਰਾ। ਰਥ ਅਤੇ ਹਸਤੀ ਪਹਿਲਾਂ ਹੁੰਦੇ ਸੀ, ਹਾਥੀ ਘੋੜੇ। ਹੁਣ ਅੱਜ ਕੱਲ੍ਹ ਸਾਡੇ ਕੋਲ ਸਾਧਨ ਨੇ ਹੋਰ, ਗੱਡੀਆਂ, ਕਾਰਾਂ, ਮੋਟਰਸਾਈਕਲ, ਸਕੂਟਰ, ਇਹ ਸਭ ਨਾਸ਼ਵੰਤ ਹੈ। ਬਸਤਰਾ ਤੋਂ ਭਾਵ ਬਸਤਰ। ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਜਿਹੜੇ ਮਾਇਆ ਦੇ ਰੰਗ ਤਮਾਸ਼ੇ ਨੇ ਜਿਨ੍ਹਾਂ ਨੂੰ ਦੇਖ ਦੇਖ ਕੇ ਮਨੁੱਖ ਖੁਸ਼ ਹੁੰਦਾ ਹੈ। ਪੇਖ ਤੋਂ ਭਾਵ ਦੇਖਣਾ, ਹਸਤਾ ਤੋਂ ਭਾਵ ਹੱਸਣਾ, ਇਹ ਸਭ ਝੂਠ ਹਨ। ਮਿਥਿਆ ਧਰੋਹ ਮੋਹ ਅਭਿਮਾਨ। ਧਰੋਹ ਮਤਲਬ ਦਗਾ, ਠੱਗੀ। ਮੋਹ ਮਤਲਬ ਅਟੈਚਮੈਂਟ, ਅਤੇ ਅਭਿਮਾਨ ਮਤਲਬ ਈਗੋ ਕਰਨੀ, ਅਹੰਕਾਰ ਕਰਨਾ, ਇਹ ਵੀ ਸਭ ਝੂਠ ਹੈ। ਮਿਥਿਆ ਆਪਸ ਉੱਪਰ ਕਰਤ ਗੁਮਾਨ। ਵੀ ਮੈਂ ਬਹੁਤ ਕੁਛ ਹਾਂ ਜੀ, ਆਪਣੇ ਆਪ ਨੂੰ ਵਡਿਆਈ ਕਰਨੀ, ਇਹ ਵੀ ਤੇਰੀ ਨਾਸ਼ਵੰਤ ਹੈ। ਅੱਗੇ ਜਿਹੜਾ ਗੁਰੂ ਸਾਹਿਬ ਤੁਕ ਦੇ ਵਿੱਚ ਦੱਸਦੇ ਹਨ ਉਹ ਸਦਾ ਰਹਿਣ ਵਾਲੀ ਚੀਜ਼ ਹੈ। ਉਹ ਕੀ ਹੈ ਜੀ? ਅਸਥਿਰ ਭਗਤ ਸਾਧ ਕੀ ਸ਼ਰਨ। ਅਸਥਿਰ ਤੋਂ ਭਾਵ ਸਦਾ ਰਹਿਣ ਵਾਲੀ। ਉਹ ਕੀ ਹੈ ਜੀ? ਭਗਤੀ, ਉਸ ਦੀ ਭਗਤੀ, ਭਜਨ ਬੰਦਗੀ, ਅਤੇ ਸਾਧ ਕੀ ਸ਼ਰਨ, ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਆਉਣਾ, ਉਹਦੇ ਬਣ ਜਾਣਾ, ਉਹਦਾ ਨਾਮ ਜਪਣਾ, ਇਹ ਸਦਾ ਰਹਿਣ ਵਾਲੀ ਹੈ। ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਸਦਾ ਪ੍ਰਭੂ ਦੇ ਹੀ ਚਰਨ ਜਪ ਕੇ ਮਨੁੱਖ ਅਸਲੀ ਜੀਵਨ ਜਿਉਂਦਾ ਹੈ। ਮਿਥਿਆ ਸ਼ਰਵਣ ਪਰ ਨਿੰਦਾ ਸੁਣਹਿ। ਉਹ ਕੰਨ ਝੂਠੇ ਹਨ ਜੋ ਪਰਾਈ ਨਿੰਦਾ ਸੁਣਦੇ ਹਨ। ਜਦੋਂ ਤੱਕ ਇਹ ਨਾਮ ਨਹੀਂ ਜਪਦੇ ਤਾਂ ਇਹ ਝੂਠੇ ਹੀ ਮੰਨੇ ਜਾਣਗੇ। ਮਿਥਿਆ ਹਸਤ ਪਰ ਦਰਬ ਕਉ ਹਿਰਹਿ। ਇਹ ਹੱਥ ਵੀ ਝੂਠੇ ਹਨ ਜਦੋਂ ਤੱਕ ਪਰਾਏ ਧਨ ਨੂੰ ਚਰਾਉਂਦੇ ਹਨ। ਪਰ ਦਰਬ ਕਉ ਹਿਰਹਿ। ਦਰਬ ਕਹਿੰਦੇ ਹਨ ਧਨ, ਹਿਰਹਿ ਤੋਂ ਭਾਵ ਚੁਰਾ ਲੈਣਾ। ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ। ਇਹ ਅੱਖਾਂ ਵੀ ਝੂਠੀਆਂ ਹਨ
ਜਦੋਂ ਤੱਕ ਪਰ ਤਰਿਆ ਤੋਂ ਭਾਵ ਪਰਾਈ ਇਸਤਰੀ ਦਾ ਰੂਪ ਆਦਿਕ ਵੇਖਦੀਆਂ ਹਨ। ਸਹਿਜ ਸੁਭਾਅ ਵੇਖਣਾ ਹੋਰ ਗੱਲ ਹੈ, ਪਰ ਮੁੜ ਮੁੜ ਕੇ ਬਾਰ ਦੇਖੀ ਜਾਣਾ ਉਹ ਗਲਤ ਹੈ, ਉਹ ਗੁਨਾਹ ਹੈ। ਮਿਥਿਆ ਰਸਨਾ ਭੋਜਨ ਅਨ ਸਵਾਦ, ਇਹ ਰਸਨਾ ਵੀ ਝੂਠੀ ਹੈ ਜਿਹੜੀ ਸਵਾਦਲੇ ਭੋਜਨ ਦੇ ਵਿੱਚ ਲੱਗੀ ਹੋਈ ਹੈ ਅਤੇ ਹੋਰ ਮਾਇਆ ਦੇ ਸਵਾਦ ਦੇ ਵਿੱਚ ਲੱਗੀ ਹੋਈ ਹੈ। ਅਨ ਸਵਾਦ, ਹੋਰ ਸਵਾਦਾਂ ਦੇ ਵਿੱਚ। ਇਹ ਤਾਂ ਪਵਿੱਤਰ ਹੋਏਗੀ ਜੇ ਇਹਦੇ ਨਾਲ ਭਜਨ ਬੰਦਗੀ ਕੀਤਾ ਜਾਵੇਗਾ। ਮਿਥਿਆ ਚਰਨ ਪਰ ਵਿਕਾਰ ਕਉ ਧਾਵ ਹੈ, ਇਹ ਚਰਨ ਵੀ ਝੂਠੇ ਹਨ, ਵਿਅਰਥ ਹਨ। ਜਦੋਂ ਪਰਾਏ ਨੁਕਸਾਨ ਵਾਸਤੇ ਦੌੜ ਭੱਜ ਕਰਦੇ ਹਨ, ਪਰ ਵਿਕਾਰ ਕਹਿੰਦੇ ਨੇ ਵਿਗਾੜਨਾ, ਕਉ ਧਾਵ ਹੈ ਤੋਂ ਭਾਵ ਦੌੜਦੇ ਹਨ। ਫਿਰ ਇਹਨਾਂ ਦੀ ਕੋਈ ਪੂਜਾ ਨਹੀਂ ਕਰਦਾ। ਜਦੋਂ ਗੁਰੂ ਵਾਲੇ ਬਣਦੇ ਹਨ, ਜਦੋਂ ਉਹੀ ਇਨਸਾਨ ਗੁਰੂ ਵਾਲਾ ਬਣ ਜਾਂਦਾ ਹੈ, ਫਿਰ ਉਹੀ ਚਰਨ ਪੂਜਨੀਕ ਬਣ ਜਾਂਦੇ ਹਨ। ਮਿਥਿਆ ਮਨ ਪਰ ਲੋਭ ਲੁਭਾਵ ਹੈ, ਹੇ ਮਨ ਤੂੰ ਵੀ ਵਿਅਰਥ ਹੈ, ਤੂੰ ਵੀ ਨਾਸਵੰਤ ਹੈ ਜੇ ਤੂੰ ਪਰਾਏ ਧਨ ਦਾ ਲੋਭ ਕਰਦਾ ਹੈ, ਲਾਲਚ ਕਰਦਾ ਹੈ ਵੀ ਮੈਨੂੰ ਆਹ ਵੀ ਮਿਲ ਜਾਵੇ, ਉਹਨਾਂ ਕੋਲ ਜੋ ਹੈਗਾ ਉਹ ਵੀ ਮਿਲ ਜਾਵੇ। ਮਿਥਿਆ ਤਨ ਨਹੀਂ ਪਰ ਉਪਕਾਰਾ, ਇਹ ਸਰੀਰ ਵੀ ਝੂਠਾ ਹੈ। ਜੇ ਕਿਸੇ ਦਾ ਪਰਉਪਕਾਰ ਹੀ ਨਹੀਂ ਕੀਤਾ, ਦੂਜਿਆਂ ਦੀ ਭਲਾਈ ਨਹੀਂ ਕੀਤੀ, ਆਪਣੇ ਬਾਰੇ ਹੀ ਸੋਚਿਆ, ਤਾਂ ਇਹ ਸਰੀਰ ਵੀ ਮਿਥਿਆ ਹੈ। ਮਿਥਿਆ ਬਾਸ ਲੇਤ ਵਿਕਾਰਾ, ਗੁਰੂ ਸਾਹਿਬ ਦੱਸਦੇ ਹਨ ਇਹ ਨੱਕ ਹੈ ਨਾ ਜਿਹੜਾ, ਇਹ ਵੀ ਵਿਅਰਥ ਹੈ, ਝੂਠਾ ਹੈ, ਕਿਉਂਕਿ ਇਹ ਵਿਕਾਰਾਂ ਰੂਪੀ ਵਾਸਨਾ ਲੈਂਦਾ ਹੈ। ਬਿਨ ਬੁੱਝੇ ਮਿਥਿਆ ਸਭ ਭਏ, ਆਪਣੇ ਆਪ ਨੂੰ ਜਾਣਨ ਤੋਂ ਬਿਨਾਂ, ਆਪਣੀ ਹੋਂਦ ਨੂੰ ਸਮਝਣ ਤੋਂ ਬਿਨਾਂ ਇਹ ਸਾਰੇ ਸਰੀਰ ਦੇ ਅੰਗ ਹੀ ਵਿਅਰਥ ਹਨ। ਜਦੋਂ ਆਪਾਂ ਇਹਨਾਂ ਨੂੰ ਪਰਮਾਤਮਾ ਵੱਲ ਜੋੜ ਦਈਏ ਤਾਂ ਇਹ ਸਫਲ ਹਨ, ਜੇ ਮਾਇਆ ਵਾਲੇ ਪਾਸੇ ਜੁੜ ਗਏ ਤਾਂ ਇਹ ਝੂਠੇ ਹਨ, ਵਿਅਰਥ ਹਨ। ਸਫਲ ਦੇਹ ਨਾਨਕ ਹਰ ਹਰ ਨਾਮ ਲਏ, ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਹਨ ਉਹ ਸਰੀਰ ਸਫਲ ਹੈ, ਉਹ ਮਨੁੱਖਾ ਜਨਮ ਸਫਲ ਹੈ ਜੋ ਪ੍ਰਭੂ ਦਾ ਨਾਮ ਜਪਦਾ ਹੈ। ਬਿਰਥੀ ਸਾਕਤ ਕੀ ਆਰਜ਼ਾ, ਆਰਜ਼ਾ ਕਹਿੰਦੇ ਹਨ ਉਮਰ ਨੂੰ, ਸਾਕਤ ਕਹਿੰਦੇ ਹਨ ਜਿਹੜਾ ਗੁਰੂ ਨਾਲੋਂ ਪਰਮਾਤਮਾ ਨਾਲੋਂ ਟੁੱਟਾ ਹੋਇਆ ਨਾਸਤਕ, ਉਹਦੀ ਜਿਹੜੀ ਉਮਰ ਹੈ ਉਹ ਬਿਰਥੀ ਤੋਂ ਭਾਵ ਵਿਅਰਥ, ਕਿਸੇ ਕੰਮ ਨਾ ਆਉਣ ਵਾਲੀ। ਰੱਬ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਚਲੀ ਜਾਂਦੀ ਹੈ। ਸਾਚ ਬਿਨਾ ਕਹਿ ਹੋਵਤ ਸੂਚਾ, ਕਿਉਂਕਿ ਉਹ ਸੱਚੇ ਨਾਮ ਤੋਂ ਬਿਨਾਂ ਸੁੱਚਾ ਕਿਵੇਂ ਹੋਵੇ। ਜੇ ਨਾਮ ਜਪੇਗਾ, ਨਾਮ ਉਸ ਨੂੰ ਸੱਚ ਦੀ ਪ੍ਰਾਪਤੀ ਕਰਾਏਗਾ, ਪਰ ਉਹ ਨਾਮ ਨਹੀਂ ਜਪਦਾ, ਇਸ ਕਰਕੇ ਉਹ ਸੁੱਚਾ ਹੋ ਹੀ ਨਹੀਂ ਸਕਦਾ। ਬਿਰਥਾ ਨਾਮ ਬਿਨਾ ਤਨ ਅੰਧ, ਨਾਮ ਤੋਂ ਬਿਨਾਂ ਜਿਹੜਾ ਸਰੀਰ ਹੈ ਉਹ ਕਿਸੇ ਕੰਮ ਦਾ ਨਹੀਂ। ਬਿਰਥਾ ਨਾਮ ਬਿਨਾ ਤਨ ਅੰਧ, ਅੰਧੇ ਮਨੁੱਖ ਦਾ ਜਿਹੜਾ ਸਰੀਰ ਹੈ ਉਹ ਕਿਸੇ ਕੰਮ ਦਾ ਨਹੀਂ। ਮੁਖ ਆਵਤ ਤਾਂ ਕਹਿ ਦੁਰਗੰਧ, ਉਹਨਾਂ ਦੇ ਮੁਖ ਦੇ ਵਿੱਚੋਂ ਦੁਰਗੰਧ ਆਉਂਦੀ ਹੈ। ਕਿਸ ਚੀਜ਼ ਦੀ ਦੁਰਗੰਧ? ਨਿੰਦਾ ਦੀ, ਚੁਗਲੀ ਦੀ, ਹਉਮੈ ਦੀ। ਫਿਰ ਦੂਜੇ ਰੂਪ 'ਚ ਦੇਖੀਏ ਤਾਂ ਡਰਿੰਕ ਦੀ, ਨੌਨ ਵੈਜ ਦੀ, ਸਿਗਰਟ ਦੀ, ਹੋਰ ਕਈ ਪ੍ਰਕਾਰ ਦੇ ਉਹ ਜਿਹੜੇ ਵਿਕਾਰ ਲੈਂਦੇ ਨੇ ਉਹਨਾਂ ਦੀ ਦੁਰਗੰਧ ਉਹਨਾਂ ਦੇ ਮੂੰਹ ਦੇ ਵਿੱਚੋਂ ਆਉਂਦੀ ਹੈ। ਬਿਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ, ਸਿਮਰਨ ਤੋਂ ਬਿਨਾਂ ਸਾਕਤ ਬੰਦਾ,
ਭਾਵ ਰੱਬ ਨਾਲੋਂ ਟੁੱਟਿਆ ਹੋਇਆ ਬੰਦਾ, ਉਸ ਦਾ ਦਿਨ ਅਤੇ ਰਾਤ ਬਿਰਥਾ ਤੋਂ ਭਾਵ ਵੇਸਟ, ਬਿਹਾਏ ਤੋਂ ਭਾਵ ਗੁਜ਼ਰ ਜਾਂਦਾ ਹੈ। ਮੇਘ ਬਿਨਾ ਜਿਉਂ ਖੇਤੀ ਜਾਏ, ਜਿਵੇਂ ਮੇਘ ਤੋਂ ਭਾਵ ਬੱਦਲ, ਵਰਖਾ ਤੋਂ ਬਿਨਾਂ ਜਿਹੜੀ ਖੇਤੀ ਕੀਤੀ ਹੋਈ ਹੈ ਉਹ ਸਾਰੀ ਨਾਸ ਹੋ ਜਾਂਦੀ ਹੈ। ਜੇ ਮੀਂਹ ਨਾ ਪਵੇ ਸਾਰੀ ਖੇਤੀ ਖਤਮ ਹੋ ਜਾਂਦੀ ਹੈ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਹੋਰ ਸਾਰੇ ਕੰਮ ਦੁਨਿਆਵੀ ਨੇ ਭਾਵੇਂ ਉਹ ਧਾਰਮਿਕ ਨੇ, ਜੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਗਿਆ ਮਨ ਕਰਕੇ ਤਾਂ ਉਹ ਸਭ ਬਿਰਥੇ ਨੇ, ਵੇਸਟ ਨੇ। ਜਿਉਂ ਕਿਰਪਨ ਕੇ ਨਿਰਾਰਥ ਦਾਮ, ਉਦਾਹਰਨ ਦੇ ਕੇ ਦੱਸ ਦੇਣ, ਜਿਵੇਂ ਕਿਰਪਨ ਤੋਂ ਭਾਵ ਕੰਜੂਸ, ਉਹਦਾ ਆਪਣਾ ਹੀ ਪੈਸਾ ਉਹਦੇ ਕੰਮ ਨਹੀਂ ਆਉਂਦਾ, ਸਾਰੀ ਉਮਰ ਉਹ ਪੈਸਾ ਜੋੜਦਾ ਰਹਿੰਦਾ ਹੈ ਅਤੇ ਪਤਾ ਨਹੀਂ ਲੱਗਦਾ ਕਦੋਂ ਸਵਾਸਾ ਰੂਪੀ ਪੂੰਜੀ ਖਤਮ ਹੋ ਜਾਂਦੀ ਹੈ। ਬਾਅਦ 'ਚ ਪਤਾ ਲੱਗਦਾ ਵੀ ਉਹਦੇ ਕੋਲ ਬਹੁਤ ਪੈਸਾ ਸੀ ਪਰ ਉਹਦੇ ਆਪਣੇ ਕੰਮ ਹੀ ਨਹੀਂ ਆਇਆ। ਜਿਉਂ ਕਿਰਪਨ ਕੇ ਨਿਰਾਰਥ, ਨਿਰਾਰਥ ਤੋਂ ਭਾਵ ਵਿਅਰਥ, ਦਾਮ ਤੋਂ ਭਾਵ ਦਮ, ਦਾਮ ਤੋਂ ਭਾਵ ਧਨ, ਪੈਸੇ। ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ, ਉਹ ਮਨੁੱਖ ਮੁਬਾਰਕ ਹਨ, ਧਨ ਤਾਜੇ ਯੋਗ ਹਨ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਭੂ ਦਾ ਨਾਮ ਆ ਵਸਦਾ ਹੈ। ਨਾਨਕ ਤਾਂ ਕੈ ਬਲ ਬਲ ਜਾਉ, ਗੁਰੂ ਸਾਹਿਬ ਕਹਿੰਦੇ ਹਨ ਮੈਂ ਉਹਨਾਂ ਗੁਰਮੁਖਾਂ ਤੋਂ ਕੁਰਬਾਨ ਹਾਂ, ਸਦਕੇ ਹਾਂ, ਬਲਿਹਾਰ ਹਾਂ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਆ ਕੇ ਵਸਦਾ ਹੈ। ਰਹਿਤ ਅਵਰ ਕਛ ਅਵਰ ਕਮਾਵਤ, ਰਹਿਤ ਤਾਂ ਕੁਛ ਹੋਰ ਹੈ ਤੇ ਅਸਲ ਕੁਛ ਹੋਰ ਹੈ। ਜੋ ਕਮਾਣਾ ਹੈ ਉਹ ਨਹੀਂ ਕਮਾ ਰਿਹਾ। ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਮਨ ਦੇ ਵਿੱਚ ਪ੍ਰੀਤ ਪਿਆਰ ਭਰੋਸਾ ਨਹੀਂ ਹੈ। ਉੱਤੋਂ ਤੋਂ ਬੋਲ ਕੇ ਹੀ ਗੰਢ, ਲਾਵਤ ਤੋਂ ਭਾਵ ਪਿਆਰੀਆਂ ਪਿਆਰੀਆਂ ਮਿੱਠੀਆਂ ਗੱਲਾਂ ਕਰਕੇ ਘਰ ਪੂਰਾ ਕਰ ਰਿਹਾ। ਜਨਨਹਾਰ ਪ੍ਰਭੂ ਪਰਬੀਨ, ਪਰਬੀਨ ਤੋਂ ਭਾਵ ਚਤੁਰ, ਸਿਆਣਾ। ਮਨੁੱਖ ਲੋਕਾਂ ਨੂੰ ਤਾਂ ਉਲਝਾ ਸਕਦਾ ਆਪਣੀ ਮਿੱਠੀਆਂ ਗੱਲਾਂ ਕਰਕੇ, ਪਰ ਜਿਹੜਾ ਪਰਮਾਤਮਾ ਹੈ ਉਹ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਸਿਆਣਾ ਹੈ, ਉਹ ਤੇਰੀ ਚਤੁਰਾਈਆਂ ਜਾਣਦਾ ਹੈ। ਬਾਹਰ ਭੇਖ ਨਾ ਕਾਹੂ ਭੀਨ, ਉਹ ਬਾਹਰਲੇ ਦਿਖਾਵਿਆਂ ਤੋਂ ਨਾ ਭਿੱਜਦਾ ਨਹੀਂ। ਭੀਨ ਤੋਂ ਭਾਵ ਪ੍ਰਸੰਨ ਹੋਣਾ, ਭਿੱਜ ਜਾਣਾ। ਅਵਰ ਉਪਦੇਸੈ ਆਪ ਨਾ ਕਰੈ, ਜੋ ਮਨੁੱਖ ਦੂਜਿਆਂ ਨੂੰ ਉਪਦੇਸ਼ ਦਿੰਦਾ ਹੈ ਅਤੇ ਆਪ ਉਹ ਕੰਮ ਕਰਦਾ ਨਹੀਂ, ਆਪ ਆਪਣੀ ਕੋਈ ਕਮਾਈ ਹੈ ਨਹੀਂ, ਆਪਣਾ ਅੰਮ੍ਰਿਤ ਵੇਲਾ ਹੈ ਨਹੀਂ, ਆਪਣਾ ਨਿਤਨੇਮ ਪੱਕਾ ਨਹੀਂ, ਦੂਜਿਆਂ ਨੂੰ ਉਪਦੇਸ਼ ਕਰਦਾ ਹੈ ਅਤੇ ਉਹਨਾਂ ਦਾ ਅਸਰ ਨਹੀਂ ਹੁੰਦਾ। ਜੇ ਉਹ ਆਪ ਪਹਿਲਾਂ ਕਮਾਈ ਕਰੇ ਫਿਰ ਉਪਦੇਸ਼ ਕਰੇ, ਫਿਰ ਦੂਜਾ ਬੰਦਾ ਗੱਲ ਮੰਨ ਵੀ ਜਾਂਦਾ ਅਤੇ ਕਰਨ ਵੀ ਲੱਗ ਜਾਂਦਾ ਇਸੇ ਕੰਮ। ਆਵਤ ਜਾਵਤ ਜਨਮ ਮਰੈ, ਜਿਹੜਾ ਆਪ ਕਮਾਈ ਨਹੀਂ ਕਰਦਾ ਅਤੇ ਦੂਜਿਆਂ ਨੂੰ ਉਪਦੇਸ਼ ਕਰਦਾ ਰਹਿੰਦਾ, ਗੁਰੂ ਸਾਹਿਬ ਕਹਿੰਦੇ ਹਨ ਉਹ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਪਿਆ ਰਹਿੰਦਾ ਹੈ। ਆਵਤ ਜਾਵਤ ਜਨਮ ਮਰੈ, ਜਿਸ ਕੈ ਅੰਤਰ ਬਸੈ ਨਿਰੰਕਾਰ।
जिस मनुख दे गुरसिख दे अंदर परमात्मा आप आके वसदा है, जिन्हें भगती की है, कमाई की है, तिसकी सीख तरह संसार। तिसकी सीख तो भाव उस दी सिक्ख्या नाल संसार तर जाता है। जगत का हरेक चीज जिमें वो भगत प्यारा बचन करता है, जे आप चलीए जी जिन्होंने कमाई की है, जे उन्होंने कहे तो तुरीए तो असीं भी संसार सागर तो तर जावांगे। जो तुम भाने तिन प्रभ जाता, जो तुम हे वाहिगुरु जी, जो तेनों भाने तो भाव प्यारे लगते हैं, चंगे लगते हैं, उन्होंने प्रभ जाता प्रभु नूं पछाण लिया है। नानक उन जन चरण परता। गुरु अर्जन देव साहब जी कहते हैं, मैं उन्होंने भगतां दे चरनां ते पैंदा हाँ, चरण स्पर्श करना हाँ, चरण धूड़ मंगदा हाँ, उन्हां दी संगत मंगदा हाँ। करूं बेनती पार ब्रह्म सब जन। जो मैं बेनती करता हूँ, अर्ज़ोई अरदास करता हूँ, तो परमात्मा सब जानता है। अपना किया आप है मन। ये सारा संसार जिहड़ा आपां देख रहे हैं, अपने पैदा कीते जीव वो आप ही मान बख्शदा है। आप है मारने तो बाद आप मान देता है। आप है आप करत निबेरा। जीवां दे कीते कर्मां अनुसार प्रभु आप ही उन्हां दा निबेड़ा करता है। निबेड़ा फैसला। किसे दूर जनावत, किसे बुझावत नेरा। कईयां दे अखां दे अगे पर्दा पा दिंदा, मैं दा पर्दा, होमे दा पर्दा। उन्हां नूं लगदा है परमात्मा किते दूर वसदा है, ते कईयां ते किरपा करके उन्हां नूं प्रतख अपने नेड़े दिखा दिंदा भी मैं तेरे नाल ही। सो सतगुर प्यारा मेरे नाल है, वो अवस्था आ जाती है। उपाव सयानप सगल ते रहत। जे इंसान चतराई करे, कोई उपाव करे, हीले करे, सियाणपा दिखाए, वो परमात्मा सगल ते रहत है। इन्हां उपावां तो वो खुश नहीं होता। किसी चतराई नाल, किसी हीले नाल परमात्मा प्रसन्न नहीं होता, उसकी कृपा नहीं होती। सब कछ जन आत्म की रहत। क्योंकि वो जीव की आत्मक रहनी किहो जी है, भी बाहर की है तो अंदर की है, हरेक गल नूं समझदा है, जानदा है। जिस भाग है तिस लए लड़ लाए। जेड़ा जीव, जेड़ा प्यारा गुरसिख उन्हूं चंगा लगदा है, उन्हूं अपने नाल जोड़ लैंदा भी ये प्यारा बहुत है, ये मेरा प्यारा दिलों मेरा सत्कार करता है, संगत की सेवा करता है, अमृत वेले उठन की कोशिश करता है, अमृत वेला सामदा है, तो अपने नाल उन्होंने जोड़ लेंदे हैं। थान थनंतर रहया समाए। थान तो भाव अस्थान, थन अंतर, अस्थाना के अंतर कह लो या हरेक थान के उपर कह लो, परमात्मा मौजूद है। समाए तो भाव समाया है। सो सेवक जिस किरपा करी। ਉਹੀ ਮਨੁੱਖ असली सेवक बनता है जिस उत्ते परमात्मा मेहर करता है। ਹੁਣ ਉਹਦੀ निशानी की है? निमख निमख जप नानक हरि।
ਨਿਮਕ ਨਿਮਕ ਤੋਂ ਭਾਵ ਛੋਟੇ ਤੋਂ ਛੋਟਾ ਸਮਾਂ, ਭਾਵ ਸਵਾਸ ਉਸ ਨੂੰ ਪਰਮਾਤਮਾ ਭੁੱਲਣਾ ਨਹੀਂ, ਸਿਮਰਨ ਉਹਦੇ ਮਨ ਦੇ ਵਿੱਚੋਂ ਵਿਸਰਨਾ ਨਹੀਂ, ਹਰੀ ਨੂੰ ਜਪਦਾ ਰਹਿੰਦਾ। ਇਹ ਉਸ ਪਿਆਰੇ ਦੀ ਨਿਸ਼ਾਨੀ ਹੈ।